ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਮਨਮੀਤ ਸਿੰਘ ਤੁਹਾਡੇ ਨਾਲ ਫੇਰ ਜੁੜ ਚੁੱਕਿਆ ਹਾਂ ਅੱਜ ਇੱਕ ਵਾਰੀ। ਅੱਜ ਆਪਾਂ ਅਗਲਾ ਪਾਠ ਦੇਖਾਂਗੇ ਆਓ ਫ੍ਰੈਂਚ ਸਿੱਖੀਏ ਦਾ, ਜੋ ਕਿ ਕਲਿਆਣ ਐਜੂਕੇਸ਼ਨ ਦੀ ਇੱਕ ਪਹਿਲ ਹੈ। ਆਪਣੇ ਸਫ਼ਰ ਨੂੰ ਅੱਗੇ ਵਧਾਉਂਦੇ ਹਾਂ। ਅੱਜ ਦਾ ਪਾਠ ਸਿੱਖਦੇ ਹਾਂ। ਅੱਜ ਆਪਾਂ ਗੱਲ ਕਰਾਂਗੇ ਇੱਕ ਕ੍ਰਿਆ ਦੀ, ਜੋ ਤੁਸੀਂ ਆਪਣੇ ਸਕਰੀਨ ਤੇ ਪੜ੍ਹ ਸਕਦੇ ਹੋ। ਕ੍ਰਿਆ ਦਾ ਨਾਮ ਹੈ avoir। ਰਿਪੀਟ ਕਰੋ ਤੁਸੀਂ, avoir। ਤੇ avoir ਜੋ ਕ੍ਰਿਆ ਹੈ ਉਹਦੇ ਬਹੁਤ ਸਾਰੇ ਇਸਤੇਮਾਲ ਹੁੰਦੇ ਨੇ ਫ੍ਰੈਂਚ ਭਾਸ਼ਾ 'ਚ। ਤੁਸੀਂ ਵੇਖੋਗੇ ਕਿ avoir ਦੇ ਰਾਹੀਂ ਆਪਾਂ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਦੀ ਆਪਾਂ ਨੂੰ ਰੋਜ਼ਮर्रा ਦੀ ਜ਼ਿੰਦਗੀ 'ਚ ਜ਼ਰੂਰਤ ਪੈਂਦੀ ਹੈ, ਆਪਾਂ ਉਹਨਾਂ ਨੂੰ ਦੱਸ ਸਕਾਂਗੇ। ਤੇ ਜਿਵੇਂ ਕਿ ਤੁਸੀਂ ਜਾਣਦੇ ਹੋ, ਹਰ ਕ੍ਰਿਆ ਦੇ ਬਹੁਤ ਸਾਰੇ ਰੂਪ ਹੁੰਦੇ ਨੇ। ਜਿਵੇਂ ਪੰਜਾਬੀ 'ਚ ਆਪਾਂ ਇੱਕ ਉਦਾਹਰਣ ਲਈਏ, ਕ੍ਰਿਆ ਹੈ ਖੇਡਣਾ, ਤੇ ਉਹ 'ਚ ਆਪਾਂ ਕਹਿੰਦੇ ਹਾਂ ਮੈਂ ਖੇਡਦਾ ਹਾਂ, ਤੂੰ ਖੇਡਦਾ ਹੈ, ਉਹ ਖੇਡ ਰਹੀ ਹੈ, ਬੱਚੇ ਖੇਡਦੇ ਹਨ, ਵਗੈਰਾ ਵਗੈਰਾ। ਇੱਕ ਕ੍ਰਿਆ ਦਾ ਇੱਕ ਰੂਪ ਨਹੀਂ ਹੁੰਦਾ, ਬਹੁਤ ਸਾਰੇ ਰੂਪ ਹੁੰਦੇ ਨੇ। ਤੇ ਇਹ ਐਸੀ ਗੱਲ ਹੈ ਜੋ ਹਰੇਕ ਲੈਂਗੁਏਜ ਵਾਸਤੇ, ਹਰੇਕ ਭਾਸ਼ਾ ਵਾਸਤੇ ਵਾਜਬ ਹੈ। ਤੇ ਆਪਾਂ avoir ਦੇ ਰੂਪਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਰੂਪ ਹਮੇਸ਼ਾ ਦੋ ਚੀਜ਼ਾਂ ਨਾਲ ਹੁੰਦਾ ਹੈ, ਇੱਕ ਤਾਂ ਕ੍ਰਿਆ, ਤੇ ਕ੍ਰਿਆ ਜਿਸ ਸ਼ਬਦ ਦੇ ਨਾਲ ਜੁੜਦੀ ਹੈ ਉਹਦੇ ਨਾਲ ਰੂਪ ਬਦਲਦਾ ਹੈ ਕ੍ਰਿਆ ਦਾ। ਇਸ ਗੱਲ ਨੂੰ ਸਮਝਣ ਲਈ ਆਓ ਆਪਾਂ ਉਦਾਹਰਣ ਲੈਂਦੇ ਹਾਂ। ਪਹਿਲਾਂ ਤਾਂ ਦੇਖ ਲੈਂਦੇ ਹਾਂ ਫ੍ਰੈਂਚ 'ਚ ਇਹਨਾਂ ਸ਼ਬਦਾਂ ਦੇ ਅਰਥ ਕੀ ਨੇ। je, tu, il ਤੇ elle। je मतलब मैं, tu मतलब तू, il मतलब ਉਹ ਪੁਲਿੰਗ, elle मतलब ਉਹ ਇਸਤਰੀਲਿੰਗ। ਜਦੋਂ ਮੈਂ ਕਹਿੰਦਾ je suis indien, ਮੈਂ ਆਪਣੀ ਗੱਲ ਕਰਦਾ, ਮੈਂ ਭਾਰਤੀ ਹਾਂ, je suis indien। ਤੂੰ ਫ੍ਰੈਂਚ ਹੈ, ਮੈਂ ਕਹਿੰਦਾ tu es français। ਉਸੇ ਤਰ੍ਹਾਂ il est français, elle est française। ਤੇ je ਦਾ ਮਤਲਬ ਮੈਂ, tu ਦਾ ਮਤਲਬ ਤੂੰ, il ਉਹ ਪੁਲਿੰਗ, elle ਮਤਲਬ ਉਹ ਪਰ ਇਸਤਰੀਲਿੰਗ। ਤੇ ਇਹਨਾਂ ਹੀ ਸ਼ਬਦਾਂ ਨੂੰ ਜੇ ਆਪਾਂ ਬਹੁਵਚਨ ਕਰ ਦਈਏ ਤਾਂ ਮੈਂ ਦਾ ਬਹੁਵਚਨ ਹੁੰਦਾ ਹੈ ਅਸੀਂ, ਤੇ je ਦਾ ਬਹੁਵਚਨ ਹੁੰਦਾ ਹੈ nous। ਉਵੇਂ tu ਦਾ ਇੱਕ ਵਚਨ ਹੁੰਦਾ ਹੈ ਤੂੰ, ਤੇ tu ਦਾ ਬਹੁਵਚਨ ਹੋਏਗਾ vous। ਤੇ ਉਸੇ ਤਰ੍ਹਾਂ il ਦੇ ਮਗਰ s ਤੇ elle ਦੇ ਮਗਰ ਵੀ s, ਬਹੁਵਚਨ ਦਰਸਾਉਣ ਲਈ। ਤੇ ਇਹਨਾਂ ਨਾਲ ਹੁਣ ਆਪਾਂ avoir ਜੋ ਸਾਡੀ ਕ੍ਰਿਆ ਹੈ ਉਹਨੂੰ ਜੋੜਨ ਦੀ ਕੋਸ਼ਿਸ਼ ਕਰਾਂਗੇ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ। tu ਤੇ vous 'ਚ ਫਰਕ ਇੱਕ ਹੋਰ ਹੈ। ਇੱਕ ਤਾਂ ਇੱਕ ਵਚਨ ਤੇ ਬਹੁਵਚਨ ਦਾ, ਦੂਜਾ ਫਰਕ ਹੈ ਰਿਸ਼ਤਿਆਂ ਦੀ ਦੂਰੀ ਤੇ ਕਰੀਬੀ ਦੱਸਣ ਦਾ। ਜੇ ਤੁਹਾਡਾ ਰਿਸ਼ਤਾ ਕਿਸੇ ਨਾਲ ਕਰੀਬੀ ਹੈ ਤਾਂ ਤੁਸੀਂ ਉਹਨੂੰ tu ਕਹਿ ਕੇ ਗੱਲ ਕਰੋਗੇ। ਜੇ ਤੁਸੀਂ ਬੰਦੇ ਨੂੰ ਨਹੀਂ ਜਾਣਦੇ, ਉਹਦੇ ਨਾਲ ਤੁਸੀਂ vous ਕਰਕੇ ਗੱਲ ਕਰੋਗੇ। ਚੱਲਦੇ ਹਾਂ, ਅੱਗੇ ਵਧਦੇ ਹਾਂ। avoir ਇੱਕੋ ਹੀ ਕ੍ਰਿਆ ਇਹਨਾਂ 6 ਕੇਸਾਂ ਵਿੱਚ ਬਦਲੇਗੀ। ਕਿਵੇਂ ਬਦਲੇਗੀ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। je ਨਾਲ ਆਪਾਂ ਕਹਾਂਗੇ j'ai, ਜਿਵੇਂ ਆਪਾਂ ਏਜ ਉਮਰ ਦੱਸਣ ਵੇਲੇ ਕੀਤਾ ਸੀਗਾ, j'ai 26 ans, j'ai 26 ans। ਇਹ avoir ਦਾ ਹੀ ਰੂਪ ਹੈ। ਕਿਸੇ ਤੋਂ ਆਪਾਂ ਉਮਰ ਪੁੱਛਣੀ ਹੋਵੇ, tu as quel âge, tu as quel âge। ਤੇ ਜੋ ਇਹ tu as ਹੈ ਇਹ ਵੀ ਰੂਪ ਹੈ avoir ਦਾ, tu as quel âge। ਉਸੇ ਤਰ੍ਹਾਂ ਆਪਾਂ il ਤੇ elle ਵਾਸਤੇ ਵੀ ਕੁਐਸਚਨ ਪੁੱਛ ਸਕਦੇ ਹਾਂ, ਪ੍ਰਸ਼ਨ ਪੁੱਛ ਸਕਦੇ ਹਾਂ। il a quel âge, elle a quel âge। avoir ਦਾ ਇੱਕ ਹੋਰ ਮਤਲਬ ਹੁੰਦਾ ਹੈ ਦੱਸਣਾ ਵੀ ਆਪਣੇ ਕੋਲ ਕੀ ਚੀਜ਼ ਹੈ। ਜਿਵੇਂ ਆਪਾਂ ਪੰਜਾਬੀ 'ਚ ਕਹਿੰਦੇ ਹਾਂ
ਵੀ ਮੇਰੇ ਕੋਲ ਇੱਕ ਕਾਰ ਹੈ, ਮੇਰੇ ਕੋਲ ਇੱਕ ਘਰ ਹੈ, ਮੇਰੇ ਕੋਲ ਇੰਨੀ ਸੰਪत्ति ਹੈ। ਤੇ ਇਹ ਕੁਝ ਦਰਸਾਉਣਾ ਵੀ ਕੋਲ ਨੂੰ ਕਿਵੇਂ ਕਹਾਂਗੇ ਆਪਾਂ ਫ੍ਰੈਂਚ 'ਚ, ਉਹਦੇ ਵਾਸਤੇ ਵੀ avoir क्रिया ਦੀ ਵਰਤੋਂ ਆਪਾਂ ਕਰਦੇ ਹਾਂ। nous avons, ਮੇਰੇ ਨਾਲ ਨਾਲ ਤੁਸੀਂ ਬੋਲੋ, nous avons une grande maison। ਸਾਡਾ ਇੱਕ ਵੱਡਾ ਘਰ ਹੈ, ਸਾਡਾ ਇੱਕ ਵੱਡਾ ਘਰ ਹੈ। nous avons une grande maison। nous avons ਤੇ ਉਸੇ ਤਰ੍ਹਾਂ vous avez, vous avez, vous avez, vous avez प्रश्न हो सकता है या फिर ਤੁਸੀਂ ਦੱਸ ਵੀ ਸਕਦੇ ਹੋ। ਆਪਾਂ ਪ੍ਰਸ਼ਨ ਦਾ ਉਦਾਹਰਨ ਲੈਂਦੇ ਹਾਂ। vous avez combien d'enfants? vous avez combien d'enfants? combien ਆਪਾਂ ਸਿੱਖ ਚੁੱਕੇ ਹਾਂ ਕਿੰਨਾ, combien d'enfants ਤੁਹਾਡੇ enfants मतलब बच्चे। vous avez combien d'enfants? ਤੁਹਾਡੇ ਕਿੰਨੇ ਬੱਚੇ ਨੇ? vous avez combien d'enfants? ਤੇ il, elle, ils ont, ਇਹਨੂੰ ਮੈਂ ਵੱਖਰਾ ਕਰਕੇ ਲਿਖੂੰਗਾ। ਤੁਸੀਂ ਵੇਖ ਸਕਦੇ ਹੋ ਕਿ il ਜੋ ਹੈ ਇਸ ਨਾਲ ਖਤਮ ਹੁੰਦਾ ਹੈ, on o ਨਾਲ ਸ਼ੁਰੂ ਹੁੰਦਾ ਹੈ, ਤੇ ਇਹਨੂੰ ਆਪਾਂ ਬੋਲਾਂਗੇ ils ont, ils ont, ils ont une voiture, voiture, ils ont une voiture, voiture कार, ਉਹਨਾਂ ਕੋਲ ਇੱਕ ਕਾਰ ਹੈ, ਉਹਨਾਂ ਕੋਲ ਇੱਕ ਕਾਰ ਹੈ। ਤੇ ਇਹ il ਇਸਤਰੀਲਿੰਗ ਵੀ ਹੋ ਸਕਦਾ ਹੈ। ਜੇ ਆਪਾਂ ਗੱਲ ਕਰੀਏ ਵੀ ਉਹ ਤਿੰਨ ਕੁੜੀਆਂ ਕੋਲ ਇੱਕ ਕਾਰ ਹੈ ਤਾਂ ਆਪਾਂ ਕਹਾਂਗੇ elles ont une voiture, elles ont une voiture। ਤੇ ਤੁਸੀਂ ਦੇਖ ਸਕਦੇ ਹੋ ਇਹ ਵੱਖਰੇ ਜੋ ਰੂਪ ਨੇ, ਮੈਂ ਇਹਨਾਂ ਨੂੰ ਹੋਰ ਅੱਛੀ ਤਰ੍ਹਾਂ ਤੁਹਾਡੇ ਸਾਹਮਣੇ ਲਿਖ ਦੇਵਾਂਗਾ ਤਾਂ ਕਿ ਤੁਸੀਂ ਹੋਰ ਅੱਛੀ ਤਰ੍ਹਾਂ ਸਮਝ ਸਕੋ। tu as, il ou elle a, nous avons, vous avez, ils ont, elles ont। ਤੇ ਇਹ ਜੋ ਹੈ ਆ avons, avez, ਜੋ ਚੀਜ਼ਾਂ ਦੇ ਥੱਲੇ ਮੈਂ ਲਾਈਨ ਲਗਾ ਰਿਹਾ ਹਾਂ ਉਹ ਵੱਖਰੇ ਵੱਖਰੇ ਰੂਪ ਨੇ avoir क्रिया ਦੇ। ਤੇ ਇਹ ਉਹ ਹਿੱਸਾ ਹੈ ਭਾਸ਼ਾ ਦਾ ਜੋ ਆਪਾਂ ਨੂੰ ਯਾਦ ਕਰਨਾ ਪਏਗਾ, ਜਿਹਨੂੰ ਯਾਦਾਸ਼ਤ 'ਚ ਬਿਠਾਉਣ ਦੀ ਜ਼ਰੂਰਤ ਹੈ, ਕਿਉਂਕਿ ਉਸ ਤੋਂ ਬਿਨਾਂ ਆਪਾਂ ਇਹਨੂੰ ਇਸਤੇਮਾਲ ਨਹੀਂ ਕਰ ਪਾਵਾਂਗੇ। ਤੇ j'ai, tu as, il a, elle a, nous avons, vous avez, ils ont, elles ont। ਮੇਰੇ ਨਾਲ ਤੁਸੀਂ ਇੱਕ ਵਾਰੀ ਹੋਰ ਰਿਪੀਟ ਕਰੋ। j'ai, tu as, il a, elle a, nous avons, vous avez, ils ont ਤੇ elles ont। ਇਹ ਹੋ ਗਿਆ ਹੈ क्रिया ਦਾ ਰੂਪ। ਹੁਣ ਆਪਾਂ ਵੇਖਾਂਗੇ ਉਹ ਸਾਰੇ ਸਿਚੁਏਸ਼ਨਸ ਜਿਨ੍ਹਾਂ ਦੇ ਅੰਦਰ ਆਪਾਂ ਨੂੰ avoir ਦੀ ਜ਼ਰੂਰਤ ਪਏਗੀ। ਇਹਨਾਂ ਤਸਵੀਰਾਂ ਦੇ ਰਾਹੀਂ ਜ਼ਾਹਿਰ ਹੋ ਰਿਹਾ ਹੈ ਉਹ ਚੀਜ਼ਾਂ ਜਿਨ੍ਹਾਂ ਦੀ ਆਪਾਂ ਨੂੰ ਰੋਜ਼ ਜੋ ਆਪਾਂ ਰੋਜ਼ ਦੀ ਜ਼ਬਾਨ 'ਚ ਆਪਾਂ ਬੋਲਦੇ ਹਾਂ। ਪਹਿਲੀ ਫੋਟੋ ਜੇ ਤੁਸੀਂ ਦੇਖੋ ਬੰਦੇ ਨੂੰ ਬਹੁਤ ਗਰਮੀ ਲੱਗ ਰਹੀ ਹੈ ਤੇ ਇਹਨੂੰ ਆਪਾਂ ਫ੍ਰੈਂਚ 'ਚ ਕਹਿੰਦੇ ਹਾਂ ਜੋ ਵਾਕ ਹੈ ਉਹ ਹੈ avoir, avoir chaud, avoir chaud, avoir chaud, avoir chaud। ਤੇ ਜੇ ਮੈਂ ਕਹਿੰਦਾ ਮੈਨੂੰ ਗਰਮੀ ਲੱਗ ਰਹੀ ਹੈ ਤਾਂ ਮੈਂ ਕਹੂੰਗਾ j'ai chaud, j'ai chaud। ਜੇ ਮੈਂ ਤੁਹਾਡੇ ਤੋਂ ਪੁੱਛਣਾ ਹੈ, ਮੇਰੇ ਸਾਹਮਣੇ ਕੋਈ मतलब ਬੱਚਾ ਬੈਠਾ ਹੈ ਤਾਂ ਮੈਂ ਉਹਨੂੰ ਪੁੱਛਣਾ ਵੀ ਗਰਮੀ ਲੱਗ ਰਹੀ ਹੈ ਕਾਕਾ, ਤੇ ਮੈਂ ਪੁੱਛੂੰਗਾ tu as chaud, tu as chaud, tu as chaud, j'ai chaud, tu as chaud। ਤੇ ਦੂਜੀ ਤਸਵੀਰ 'ਚ ਆਪਾਂ ਵੇਖ ਸਕਦੇ ਹਾਂ ਕਿ ਗੱਲ ਗਰਮੀ ਦੀ ਨਹੀਂ ਬਲਕਿ ਗੱਲ ਹੋ ਰਹੀ ਹੈ ਠੰਡ ਦੀ, ਤੇ ਆਪਾਂ ਕਹਾਂਗੇ ਇਸ ਕੇਸ ਨੂੰ avoir froid, avoir, avoir, avoir froid, 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 avoir froid,
ਤੇ ਜੇ ਆਪਾਂ ਕਹਿਣਾ ਹੈ ਵੀ ਇਸ ਕੁੜੀ ਨੂੰ ਠੰਡ ਲੱਗ ਰਹੀ ਹੈ ਤਾਂ ਆਪਾਂ ਯੂਜ਼ ਕਰਾਂਗੇ ਐਲ, ਕਿਉਂਕਿ ਇਹ ਇੱਕ ਕੁੜੀ ਹੈ, ਇਸਤਰੀ ਲਿੰਗ ਤੇ ਇੱਕ ਵਚਨ ਐਲ। ਤੇ ਐਲ ਨਾਲ ਤੁਸੀਂ ਜੇ ਯਾਦ ਕਰੋ, ਐਲ ਨਾਲ ਆਪਾਂ ਇਸਤੇਮਾਲ ਕਰਦੇ ਹਾਂ ਐਲ ਆ, ਤੇ ਆਪਾਂ ਲਿਖਾਂਗੇ ਐਲ ਆ froid, ਐਲ ਆ froid, ਐਲ ਆ froid, ਐਲ ਆ froid, j'ai froid ਜੇ ਤੁਹਾਨੂੰ ਠੰਡ ਲੱਗ ਰਹੀ ਹੈ, j'ai froid। ਅਗਲੇ ਉਦਾਹਰਨ ਵੱਲ ਜਾਂਦੇ ਹਾਂ। ਇੱਕ ਬੰਦੇ ਨੂੰ 6 ਦਿਸ ਰਿਹਾ ਹੈ ਤੇ ਦੂਜੇ ਨੂੰ 9, ਉਹ ਕਹਿ ਰਿਹਾ ਹੈ 6 ਤੇ ਉਹ ਕਹਿ ਰਿਹਾ ਹੈ 9, ਤੇ ਆਪਸ ਵਿੱਚ ਬਹਿਸ ਕਰ ਰਹੇ ਨੇ, ਤੂੰ ਸਹੀ ਹੈ ਤੇ ਤੂੰ ਗਲਤ ਹੈ। ਤੇ ਸਹੀ ਹੋਣ ਨੂੰ ਫ੍ਰੈਂਚ 'ਚ ਕਹਿੰਦੇ ਨੇ avoir raison, avoir raison, avoir raison। ਤੇ ਜੇ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਤੁਸੀਂ ਸਹੀ ਹੋ, ਤੁਸੀਂ ਕਹੋਗੇ j'ai raison, j'ai raison, j'ai raison। ਜਾਂ ਫਿਰ ਤੁਸੀਂ ਕਿਸੇ ਹੋਰ ਨੂੰ ਕਹਿਣਾ ਚਾਹੁੰਦੇ ਹੋ ਵੀ ਆਪ ਜੀ ਗੱਲ ਸਹੀ ਕਰ ਰਹੇ ਹੋ, ਤੁਸੀਂ ਕਹੋਗੇ vous avez raison, vous avez raison, vous avez raison। ਤੇ ਇਸ ਦਾ ਉਲਟ, ਜੇ ਕੋਈ ਗਲਤੀ ਕਰ ਰਿਹਾ ਹੈ, ਸਹੀ ਨਹੀਂ ਦੱਸ ਰਿਹਾ ਕੁਝ, ਤਾਂ ਉਹਨੂੰ ਕਹਿੰਦੇ ਨੇ avoir tort, avoir tort। ਜੇ ਮੈਂ ਕਿਸੇ ਨੂੰ ਦੱਸਣਾ ਹੈ ਬਈ ਗਲਤੀ ਹੈ ਤੁਹਾਡੀ, ਤਾਂ ਮੈਂ ਕਹਿ ਸਕਦਾ tu as tort, tu as tort। ਅਗਲੇ ਉਦਾਹਰਨ ਵੱਲ ਵੱਧਦੇ ਹਾਂ। ਇਹ ਬੱਚਾ ਜਿਹਨੂੰ ਡਰ ਲੱਗ ਰਿਹਾ ਹੈ, ਜ਼ਾਹਿਰ ਹੋ ਰਿਹਾ ਹੈ ਫੋਟੋ ਤੋਂ, ਡਰ ਲੱਗਣ ਨੂੰ ਕਹਿੰਦੇ ਨੇ ਫ੍ਰੈਂਚ 'ਚ avoir peur। ਤੁਸੀਂ ਰਿਪੀਟ ਕਰੋ ਮੇਰੇ ਨਾਲ, avoir peur, avoir peur। ਤੇ ਕਿਸ ਚੀਜ਼ ਤੋਂ ਡਰ ਲੱਗ ਰਿਹਾ ਹੈ ਉਹਨੂੰ ਕਹਿੰਦੇ ਨੇ avoir peur de, avoir peur de ਜੋ ਵੀ ਚੀਜ਼ ਦਾ ਨਾਂ ਤੁਸੀਂ ਦੇਣਾ ਚਾਹੋਗੇ। ਜੇ ਤੁਹਾਨੂੰ ਡਰ ਲੱਗ ਰਿਹਾ ਹੈ ਤੁਸੀਂ ਕਹੋਗੇ j'ai peur, j'ai peur, j'ai peur। ਤੇ ਹੋਰ ਜੇ ਸਪਸ਼ਟ ਕਰਨਾ ਹੈ ਕਿਸ ਚੀਜ਼ ਤੋਂ ਡਰ ਲੱਗ ਰਿਹਾ ਹੈ, ਜਿਵੇਂ ਕਈ ਲੋਕਾਂ ਨੂੰ ਕਾਕਰੋਚਾਂ ਤੋਂ ਬੜਾ ਡਰ ਲੱਗਦਾ ਹੈ, ਆਪਾਂ ਉਸ ਕੇਸ 'ਚ ਕਹਿ ਸਕਦੇ ਹਾਂ j'ai peur des cafards, j'ai peur des cafards, j'ai peur des cafards, j'ai peur des cafards। ਇਹ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦਾ, ਆਪਾਂ ਜ਼ਿਆਦਾ ਡਿਟੇਲ 'ਚ ਨਹੀਂ ਜਾਵਾਂਗੇ ਇਹਦੇ। j'ai peur de ਤੇ ਕਾਫਾਰ ਦੇ ਅੱਗੇ ਆਪਾਂ ਲਗਾਉਂਦੇ ਹਾਂ ਲੈ, ਤਾਂ ਜੋ ਦੇ ਪਲੱਸ ਲੈ ਹੈ ਉਹ ਬਣ ਜਾਂਦਾ ਹੈ ਦੇ ਕਾਫਾਰ, ਦੇ ਕਾਫਾਰ। ਪਰ ਇਸ ਗੱਲ ਨੂੰ ਲੈ ਕੇ ਜ਼ਿਆਦਾ ਪਰੇਸ਼ਾਨ ਨਹੀਂ ਹੋਣਾ, ਜੇ ਨਹੀਂ ਸਮਝ ਆ ਰਿਹਾ ਹਾਲੇ ਕੋਈ ਗੱਲ ਨਹੀਂ, ਆਪਾਂ ਅਗਲੇ ਪਾਠਾਂ ਵਿੱਚ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। j'ai peur। ਜੇ ਤੁਸੀਂ ਕਿਸੇ ਤੋਂ ਪੁੱਛਣਾ ਹੋਵੇ ਵੀ ਤੁਹਾਨੂੰ ਕਿਸ ਚੀਜ਼ ਤੋਂ ਡਰ ਲੱਗਦਾ ਹੈ, ਕਿਸੇ ਬੱਚੇ ਤੋਂ ਜਿਵੇਂ ਪੁੱਛਣਾ ਹੋਵੇ, ਆਪਾਂ ਕਹਾਂਗੇ de quoi tu as peur, de quoi किस चीज़ दा, de quoi tu as peur, या फिर tu as peur de quoi, tu as peur de quoi, tu as peur de quoi। ਤੇ ਅਗਲਾ ਆਪਾਂ ਦੇਖ ਸਕਦੇ ਹਾਂ ਇਸ ਫੋਟੋ ਵਿੱਚ ਬੰਦੇ ਨੂੰ ਲੱਗ ਰਹੀ ਹੈ ਤੇ ਉਹਨੂੰ ਫ੍ਰੈਂਚ 'ਚ ਕਹਿੰਦੇ ਨੇ avoir soif, avoir soif, avoir soif। ਜੇ ਤੁਹਾਨੂੰ ਲੱਗ ਰਹੀ ਹੈ ਤਾਂ ਤੁਸੀਂ ਕਹੋਗੇ j'ai soif, j'ai soif। ਤੇ ਜੇਕਰ ਨਹੀਂ ਲੱਗ ਰਹੀ ਤਾਂ ਆਪਾਂ ਨੂੰ ਉਹਦਾ ਉਲਟ ਵੀ ਬੋਲਣਾ ਆਉਣਾ ਚਾਹੀਦਾ। ਨਾ ਕਹਿਣ ਵਾਸਤੇ ਕੋਈ ਵੀ ਜੋ ਗੱਲ ਆਪਾਂ ਨਾ ਦੇ ਤੌਰ 'ਤੇ ਕਹਿਣੀ ਹੈ, ਉਹਦੇ ਵਾਸਤੇ ਫ੍ਰੈਂਚ 'ਚ ਬੜਾ ਸਿੰਪਲ ਤਰੀਕਾ ਹੈ, ਉਹਨੂੰ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ। je n'ai pas soif। ਤੋ ਜੋ ਤੁਸੀਂ ਜੇ soif ਕਿਹਾ ਸੀਗਾ, ਉਹਦੇ ਇੱਕ ਪਾਸੇ ਨ ਤੇ ਇੱਕ ਪਾਸੇ ਪਾ ਲਗਾ ਦਿੱਤਾ ਹੈ ਆਪਾਂ। j'ai soif, je n'ai pas soif। ਜਾਂ ਫਿਰ ਆਪਾਂ ਕਹਿ ਸਕਦੇ ਹਾਂ elle a soif। ਤੇ ਇਸੇ ਨੂੰ ਹੀ ਨਾਂ ਦੇ ਤੌਰ 'ਤੇ ਕਹਿਣ ਦੀ ਕੋਸ਼ਿਸ਼ ਕਰੋ, elle
आ स्वाफ ते आ जो अपनी क्रिया है ਉਹਦੇ ਇੱਕ ਪਾਸੇ न ਤੇ ਦੂਜੇ ਪਾਸੇ पा elle n'a pas soif। ਇਹ ਬੱਚੀ ਜੋ ਖਾਣ ਬਾਰੇ ਸੋਚ ਰਹੀ ਹੈ ਕੁਛ ਤੇ ਇਹਨੂੰ ਲੱਗੀ ਹੈ ਭੁੱਖ ਤੇ ਆਪਾਂ ਕਹਾਂਗੇ avoir faim, avoir faim, avoir faim, elle a faim। ਜਾਂ ਫਿਰ ਜੇ ਆਪਾਂ ਕਹੀਏ ਸਾਨੂੰ ਭੁੱਖ ਲੱਗੀ ਹੈ ਤੇ ਸਾਨੂੰ ਜੋ ਕਿ ਅਸੀਂ ਜਾਂ ਸਾਨੂੰ ਕਿਸ ਨਾਲ ਕਿਸ ਸ਼ਬਦ ਨਾਲ ਦਰਸਾਉਂਦੇ ਆਪਾਂ ਫ੍ਰੈਂਚ 'ਚ nous ਨਾਲ nous avons faim, nous avons faim। ਕੋਸ਼ਿਸ਼ ਕਰੋ ਤੁਸੀਂ ਇਸੇ ਗੱਲ ਨੂੰ ਨਾ ਦੇ ਤੌਰ ਤੇ ਕਹਿਣ ਦੀ ਨਕਾਰਾਤਮਕ ਤਰੀਕੇ ਨਾਲ ਦੱਸਣ ਦੀ nous n'avons pas faim ਇੱਕ ਪਾਸੇ ਨ ਦੂਜੇ ਪਾਸੇ pas nous n'avons pas faim, nous n'avons pas faim। ਤੇ ਅਗਲੇ ਉਦਾਹਰਣ ਵੱਲ ਵਧਦੇ ਹਾਂ। ਤੁਸੀਂ ਦੇਖ ਸਕਦੇ ਹੋ ਇਹ ਜੋ ਹੈ ਕਾਰਟੂਨ ਇਹ ਸੋਚ ਰਿਹਾ ਹੈ ਕੁਛ ਖਾਣ ਬਾਰੇ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਹਾਂ ਜੀ ਕਰਨਾ ਕਿਸੇ ਚੀਜ਼ ਦਾ ਇਹਦਾ ਜੀ ਕਰ ਰਿਹਾ ਕੁਛ ਖਾਣ ਨੂੰ ਤੇ ਉਹ ਜੀ ਕਰਨ ਵਾਲੀ ਜੋ ਗੱਲ ਹੈ ਉਹਨੂੰ ਫ੍ਰੈਂਚ 'ਚ ਕਿਵੇਂ ਬੋਲਣਾ ਹੈ ਉਹਨੂੰ ਆਪਾਂ ਕਹਿੰਦੇ ਹਾਂ avoir envie, avoir envie, avoir envie। ਤੇ ਕਿਸ ਚੀਜ਼ ਦਾ ਜੀ ਕਰਦਾ ਹੈ ਉਹ ਵੀ ਅੱਗੇ de ਲਗਾ ਦਿੰਦੇ ਆਪਾਂ avoir envie de, avoir envie de। ਜਿਵੇਂ ਮੰਨ ਲਓ ਮੇਰਾ ਜੀ ਕਰਦਾ ਹੈ ਕੌਫੀ ਪੀਣ ਦਾ ਤਾਂ ਆਪਾਂ ਕਹਾਂਗੇ j'ai envie de। ਪੀਣ ਵਾਸਤੇ ਜੋ क्रिया ਹੈ ਉਹਨੂੰ ਕਹਿੰਦੇ ਨੇ boire, j'ai envie de boire un café, j'ai envie de boire un café, j'ai envie de boire un café। ਤੇ ਜੇ ਮੰਨ ਲਓ ਤੁਹਾਨੂੰ ਕੋਈ ਕੌਫੀ ਦੇਵੇ ਤੇ ਤੁਹਾਡਾ ਜੀ ਨਹੀਂ ਹੈਗਾ ਤੇ ਤੁਸੀਂ ਕੀ ਕਹਿ ਸਕਦੇ ਹੋ ਇਸ ਦਾ ਉਲਟ j'ai envie ਮਤਲਬ ਜੀ ਹੋਣਾ ਤੇ ਜੀ ਨਾ ਹੋਣਾ ਇੱਕ ਪਾਸੇ ਨ ਦੂਜੇ ਪਾਸੇ ਪਾ je n'ai pas envie, je n'ai pas envie। ਕੋਈ ਤੁਹਾਨੂੰ ਕਹੇ ਆ ਜਾਓ ਬਈ ਕੰਮ ਕਰੀਏ ਤੇ ਤੁਹਾਡਾ ਜੀ ਨਹੀਂ ਹੈਗਾ ਤੁਸੀਂ ਮਨਾ ਕਰਨਾ ਚਾਹੁੰਦੇ ਹੋ ਤੁਸੀਂ ਕਹੋ non je n'ai pas envie, je n'ai pas envie। ਤੇ ਜੇ ਤੁਸੀਂ ਹੋਰ ਸਪਸ਼ਟ ਕਰਕੇ ਦੱਸਣਾ ਹੈ ਕਾਹਦੀ envie ਨਹੀਂ ਹੈਗੀ ਕਿਸ ਚੀਜ਼ ਦਾ ਜੀ ਨਹੀਂ ਹੈਗਾ ਤੁਸੀਂ ਕਹੋਗੇ je n'ai pas envie de travailler, je n'ai pas envie de travailler, je n'ai pas envie de travailler। ਤੇ ਇੱਕ ਉਦਾਹਰਣ ਹੋਰ ਇਹ ਪਾਠ ਨੂੰ ਖਤਮ ਕਰਨ ਤੋਂ ਪਹਿਲਾਂ ਉਹਦੇ ਵਾਸਤੇ ਮੈਂ ਤਸਵੀਰ ਨਹੀਂ ਲੱਭ ਪਾਇਆ ਕਿਉਂਕਿ ਮੈਨੂੰ ਪਤਾ ਨਹੀਂ ਕਿ ਇਹ ਗੱਲ ਤਸਵੀਰ ਦੇ ਰਾਹੀਂ ਕਿਵੇਂ ਜ਼ਾਹਿਰ ਕਰੀਏ ਕਿਸੇ ਚੀਜ਼ ਦੀ ਜ਼ਰੂਰਤ ਪੈਣਾ ਜਿਵੇਂ ਲਿਖਣ ਲਈ ਆਪਾਂ ਨੂੰ ਪੈਨ ਦੀ ਜ਼ਰੂਰਤ ਹੈ ਗੱਲ ਕਰਨ ਲਈ ਟੈਲੀਫੋਨ ਦੀ ਜ਼ਰੂਰਤ ਹੈ ਅੱਜ ਕੱਲ੍ਹ ਤੇ ਉਸ ਗੱਲ ਨੂੰ ਪੰਜਾਬੀ 'ਚ ਕਿਵੇਂ ਕਹਿੰਦੇ ਨੇ ਆਪਾਂ ਕਹਿੰਦੇ ਹਾਂ avoir besoin, avoir besoin। ਤੇ ਕਿਸੇ ਚੀਜ਼ ਦੀ ਜ਼ਰੂਰਤ ਹੋਣਾ avoir besoin de quelque chose ਜੋ ਵੀ ਤੁਹਾਨੂੰ ਚੀਜ਼ ਦੀ ਜ਼ਰੂਰਤ ਹੈ ਤਾਂ ਤੁਸੀਂ ਜੇ ਕਿਸੇ ਤੋਂ ਪੁੱਛਣਾ ਹੋਵੇ ਵੀ ਉਹਨਾਂ ਨੂੰ ਕੁਛ ਚਾਹੀਦਾ ਤਾਂ ਤੁਸੀਂ ਪੁੱਛੋਗੇ vous avez besoin de quelque chose, quelque chose ਮਤਲਬ ਕੁਛ ਕੋਈ ਚੀਜ਼ vous avez besoin de quelque chose, vous avez besoin de quelque chose। ਤੇ ਜੇ ਮੈਂ ਦੱਸਣਾ ਹੋਵੇ ਵੀ ਮੈਨੂੰ ਜ਼ਰੂਰਤ ਹੈ ਕਿਸੇ ਚੀਜ਼ ਦੀ ਤਾਂ ਮੈਂ ਕਹਿ ਸਕਦਾ j'ai besoin de ਮੈਨੂੰ ਕੰਪਿਊਟਰ ਚਾਹੀਦਾ ਹੈ ਮੈਨੂੰ ਕੰਪਿਊਟਰ ਦੀ ਜ਼ਰੂਰਤ ਹੈ ਕੰਮ ਕਰਨ ਵਾਸਤੇ ਤੇ ਕੰਮ ਕਰਨ ਨੂੰ ਆਪਾਂ ਕਹਿੰਦੇ ਹਾਂ travailler ਆਪਾਂ ਸਿੱਖ ਚੁੱਕੇ ਹਾਂ ਉਹ ਕੰਮ ਕਰਨ ਨੂੰ ਕਹਿੰਦੇ ਨੇ travailler ਤੇ ਕੰਪਿਊਟਰ ਨੂੰ ਕਹਿੰਦੇ ਨੇ ordinateur ਤਾਂ j'ai besoin de mon ordinateur ਕਿਸ ਲਈ ਕੰਮ ਕਰਨ ਲਈ pour travailler j'ai besoin de mon ordinateur, j'ai besoin de mon ordinateur pour travailler। ਜੀ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਅੱਜ ਦਾ ਪਾਠ
सरल लग्या होएगा ਤੇ ਤੁਹਾਨੂੰ ਚੀਜ਼ਾਂ ਸਪਸ਼ਟ ਰੂਪ ਤੇ ਸਮਝ ਆ ਗਈਆਂ ਹੋਣਗੀਆਂ। ਜੇ ਤੁਹਾਨੂੰ ਕੋਈ ਵੀ ਸਵਾਲ ਜਾਂ ਕੁਛ ਵੀ ਪ੍ਰੋਬਲਮ ਹੁੰਦੀ ਹੈ, ਕਨਫਿਊਜ਼ਨ ਹੁੰਦਾ ਹੈ, ਜ਼ਰੂਰ ਕਮੈਂਟ ਕਰਕੇ ਸਾਨੂੰ ਪੁੱਛੋ। ਸਾਨੂੰ ਖੁਸ਼ੀ ਹੋਊਗੀ ਤੁਹਾਡੀ ਮਦਦ ਕਰਕੇ। ਅਗਲੀ ਵਾਰੀ ਫੇਰ ਮਿਲਦੇ ਹਾਂ। ਅੱਜ ਲਈ ਇੰਨਾ ਹੀ। ਸਤਿ ਸ਼੍ਰੀ ਅਕਾਲ ਤੇ ਮੈਕਸੀ।